ਸੁਣ ਸ਼ਬਦ ਵਿਚਾਰਾ। ਵੀਕਲੀ ਲੜੀਵਾਰ ਸ਼ੋਅ ਗੁਰਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ। ਮੈਂ ਹਾਂ ਸੁਖਮਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਗਿਆਨ ਦਾ ਨਗਾਰਾ ਸ਼ੋਅ ਦਾ 4ਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਤੁਹਾਡੇ ਵਿੱਚੋਂ ਜੇ ਕੋਈ ਸਾਡੇ ਪਿਛਲੇ 13 ਐਪੀਸੋਡ ਨਹੀਂ ਦੇਖ ਸਕੇ ਤਾਂ ਉਹ ਸਾਡੇ YouTube ਚੈਨਲ ਗੁਰਗਿਆਨ TV ਤੇ ਜਾ ਕੇ ਪਲੇਲਿਸਟ ਗੁਰਗਿਆਨ ਦਾ ਨਗਾਰਾ ਵਿੱਚੋਂ ਦੇਖ ਸਕਦੇ ਹਨ। ਤੁਸੀਂ ਸਾਡੇ YouTube ਚੈਨਲ ਗੁਰਗਿਆਨ TV ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਉਹਨਾਂ ਲਈ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਤੁਸੀਂ ਸਾਡੇ YouTube ਚੈਨਲ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਵੀ ਕਰ ਸਕਦੇ ਹੋ। ਹਰੇਕ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਸਾਡੇ ਇਸ ਸ਼ੋਅ ਗੁਰਗਿਆਨ ਦਾ ਨਗਾਰਾ ਦੇਖਣ ਲਈ ਤੁਸੀਂ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੋਸਤਾਂ ਨੂੰ ਇਹ ਸ਼ੋਅ ਦੇਖਣ ਲਈ ਜ਼ਰੂਰ ਪ੍ਰੇਰਿਤ ਕਰਦੇ ਰਹਿਣਾ ਜੀ। ਅੱਜ ਆਪਾਂ ਮਿਲਨ ਕੌਰ ਕੋਲੋਂ ਵੀ ਵਿਚਾਰ ਸੁਣਾਂਗੇ ਅਤੇ ਛੋਟੇ ਜਿਹੇ ਬੱਚੇ ਲੋਕਪ੍ਰੀਤ ਸਿੰਘ ਜੀ ਤੋਂ ਵੀ ਵਿਚਾਰ ਸੁਣਾਂਗੇ ਐਂਡ ਗੁਰਮਨ ਸਿੰਘ ਜੀ ਤੋਂ ਵੀ ਇੱਕ ਸਾਖੀ ਸੁਣਾਂਗੇ। ਅੱਜ ਮਹੀਨੇ ਦਾ ਪਹਿਲਾ ਹਫਤਾ ਹੈ। ਪਹਿਲੇ ਹਫਤੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿਚਾਰ ਸੁਣਦੇ ਹਾਂ। ਆਓ ਗਿਆਨੀ ਰਾਮ ਸਿੰਘ ਚਹਿਲਾਂ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀਮਤੀ ਵਿਚਾਰ ਸੁਣੀਏ ਜੀ। ਗੁਰਗਿਆਨ ਦਾ ਨਗਾਰਾ ਸ਼ੋਅ ਦੇ ਸਮੂਹ ਦਰਸ਼ਕਾਂ ਦਾ, ਸਪਾਂਸਰਸ ਦਾ, ਸਾਡੀ ਟੀਮ ਦਾ ਤੇ ਸਾਡੀ ਬੇਟੀ ਸੁਖਮਨ ਕੌਰ ਹੋਸਟ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ। ਸਾਰਿਆਂ ਨੂੰ ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਹੀਨੇ ਦਾ ਪਹਿਲਾ ਐਪੀਸੋਡ ਹੈ। ਪਹਿਲੇ ਐਪੀਸੋਡ ਵਿੱਚ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਗੁਰੂ ਸਾਹਿਬ ਦੇ ਅੰਦਰ ਜੋ ਖਜ਼ਾਨਾ ਹੈ ਉਹਦੇ ਵਿੱਚੋਂ ਕੁਝ ਗੁਰਗਿਆਨ ਦੇ ਮੋਤੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਹਰ ਇੱਕ ਮਹੀਨੇ ਦੇ ਦੂਸਰੇ ਹਫਤੇ ਆਪਾਂ ਗੁਰ ਇਤਿਹਾਸ ਵਿੱਚੋਂ ਇੱਕ ਸਾਖੀ ਅਤੇ ਉਸ ਸਾਖੀ ਦੀ ਰੂਹ ਜੋ ਅੱਜ ਦੀ ਸਾਡੀ ਜ਼ਿੰਦਗੀ ਨਾਲ ਰੈਲੇਵੈਂਟ ਹੈ ਉਹਦੇ ਵਿੱਚੋਂ ਸਿੱਖਿਆ ਕੀ ਮਿਲਦੀ ਹੈ ਉਹ ਦੂਸਰੇ ਹਫਤੇ ਵਿਚਾਰਦੇ ਹਾਂ। ਤੀਜੇ ਹਫਤੇ ਗੁਰਮਤਿ ਦਾ ਕੋਈ ਨਾ ਕੋਈ ਨੁਕਤਾ ਜਿਹੜਾ ਸਾਡੇ ਘਰਾਂ ਨੂੰ, ਸਾਡੇ ਜ਼ਿੰਦਗੀ ਨੂੰ ਖੁਸ਼ਹਾਲ ਕਰਦਾ ਹੈ, ਸਾਡੀ ਸੋਚ ਸੁਭਾਅ ਨੂੰ ਸੰਵਾਰਦਾ ਹੈ, ਉਹ ਗੁਰਮਤਿ ਦਾ ਨੁਕਤਾ ਆਪਾਂ ਤੀਜੇ ਹਫਤੇ ਵਿਚਾਰਦੇ ਹਾਂ। ਅਤੇ ਚੌਥੇ ਹਫਤੇ ਸਾਡੇ ਨੌਜਵਾਨ ਪੁੱਤਰਾਂ ਧੀਆਂ ਵਾਸਤੇ, ਅਗਲੀ ਪੀੜ੍ਹੀ, ਛੋਟੇ ਛੋਟੇ ਬੱਚੇ ਬੱਚੀਆਂ ਦੀ ਪੇਰੈਂਟਿੰਗ ਵਾਸਤੇ ਕੁਝ ਸੁਝਾਅ ਦਿੱਤੇ ਜਾਂਦੇ ਨੇ ਜੋ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਵਿੱਚੋਂ ਵੀ ਮਿਲਦੇ ਨੇ ਅਤੇ ਗੁਰੂ ਪਾਤਸ਼ਾਹ ਦੀ ਹਿਸਟਰੀ ਦੇ ਵਿੱਚ ਉਹ ਬੜੇ ਕਮਾਲ ਦੇ ਕੌਤਕ ਨੇ। ਖਾਲਸੇ ਦੀ ਹਿਸਟਰੀ ਵਿੱਚ ਵੀ ਹੈ। ਉਹ ਜੋ ਛੋਟੇ ਛੋਟੇ ਵਰਤਾਰੇ ਵਰਤੇ ਨੇ ਉਹਨਾਂ ਵਿੱਚੋਂ ਸਿੱਖ ਕੇ ਜੋ ਸਾਡੇ ਨੌਜਵਾਨ ਪੁੱਤਰਾਂ ਧੀਆਂ ਦੇ ਲਈ ਅੱਜ ਲੋੜ ਹੈ ਉਹ ਆਪਣੇ ਬੱਚਿਆਂ ਦੀ ਵਧੀਆ ਪੇਰੈਂਟਿੰਗ ਕਰ ਸਕਣ ਅਤੇ ਉਹਨਾਂ ਨੂੰ ਚੰਗੇ ਸੰਸਕਾਰ ਦੇ ਸਕਣ। ਇਹ ਆਪਾਂ ਚੌਥੇ ਹਫਤੇ ਵਿਚਾਰਦੇ ਹਾਂ। ਅੱਜ ਪਹਿਲਾ ਹਫਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਜੋ ਖਜ਼ਾਨਾ ਹੈ ਉਹਦੇ ਮੋਤੀਆਂ ਦੇ ਦੀਦਾਰ ਕਰਨ ਵਾਸਤੇ ਬੜੀ ਪਿਆਰੀ ਪੰਕਤੀ ਅਰਦਾਸ ਦੀ ਸਾਰੇ ਬਹੁਤ ਹੀ ਸ਼ਰਧਾ, ਪਿਆਰ, ਸਤਿਕਾਰ ਦੇ ਨਾਲ ਸੀਸ ਨਿਭਾ ਕੇ, ਹੱਥ ਜੋੜ ਕੇ ਸਾਰੇ ਜਦੋਂ ਅਸੀਂ ਸੁਣਦੇ ਹਾਂ, ਬੋਲਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜੋ ਸਾਡੇ ਕੋਲ ਖਜ਼ਾਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸੈਕਸ਼ਨਜ਼ ਜਿਹੜੇ ਆਪਾਂ ਪਿਛਲੇ ਮਹੀਨੇ ਵਿਚਾਰੇ ਸੀ। ਪਹਿਲਾ ਸੈਕਸ਼ਨ ਪਾਵਨ ਅੰਗ 13 ਤੱਕ 4 ਬਾਣੀਆਂ। ਦੂਜਾ ਸੈਕਸ਼ਨ ਅੰਗ 14 ਤੋਂ 1353 ਤੱਕ 31 ਰਾਗ, 22 ਵਾਰਾਂ ਅਤੇ ਵਿਸ਼ੇਸ਼ ਬਾਣੀਆਂ। ਉਸ ਤੋਂ ਬਾਅਦ 1353 ਤੋਂ ਲੈ ਕੇ ਅਖੀਰ ਤੱਕ ਸ਼ਲੋਕ ਨੇ, ਗਾਥਾ ਹੈ, ਫੁਨ ਹੈ। ਇਹ ਆਪਾਂ ਵਿਚਾਰ ਡਿਟੇਲ ਵਿੱਚ ਵਿਚਾਰੀ ਸੀ। ਅੱਜ ਆਪਾਂ ਜੋ ਪਹਿਲਾ ਹਿੱਸਾ ਹੈ ਉਹਦੇ ਵਿੱਚੋਂ ਮੋਤੀ ਚੁਗਣੇ ਨੇ। ਉਹ ਜਿਹੜੀਆਂ 4 ਬਾਣੀਆਂ ਨੇ, ਇੱਕ ਹੈ ਜਪ, ਜਿਹਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ। ਇਹ ਸਾਡੀ ਜ਼ਿੰਦਗੀ ਜਿਉਣ ਦਾ ਤਰੀਕਾ ਜਪਜੀ ਸਾਹਿਬ 'ਚੋਂ ਸਿੱਖਣਾ ਹੈ। ਜਪਜੀ ਸਾਹਿਬ ਇਜ਼ ਅ ਵੇ ਆਫ ਲਾਈਫ। ਇਹਦੇ ਵਿੱਚੋਂ ਅੱਜ ਆਪਾਂ ਕੁਝ ਮੋਤੀ ਤੁਹਾਡੇ ਨਾਲ ਵਿਚਾਰਾਂਗੇ। ਉਸ ਤੋਂ ਬਾਅਦ ਸੋਦਰ ਹੈ। ਸੋਦਰ ਇਜ਼ ਅ ਵੇ ਆਫ ਥਿੰਕਿੰਗ, ਸਾਡਾ ਸੋਚਣ ਦਾ ਤਰੀਕਾ। ਤੀਸਰਾ ਹੈ ਸੋਪੁਰਖ,
ਸੋ ਪੁਰਖ ਇਜ਼ ਅ ਵਿਜ਼ਨ ਆਫ ਲਾਈਫ। ਸੋਹਿਲਾ ਸਾਡੀ ਜ਼ਿੰਦਗੀ ਨੂੰ ਇੱਕ ਗੀਤ ਕਿਵੇਂ ਬਣਾਇਆ ਜਾ ਸਕਦਾ ਹੈ। ਸਾਡੀ ਜ਼ਿੰਦਗੀ ਐਸੀ ਗੀਤ ਹੋਵੇ ਅੰਦਰੋਂ ਇਹ ਆਨੰਦ ਵਿੱਚ ਝੂਮੇ ਅਤੇ ਹੋਰਨਾਂ ਨੂੰ ਆਨੰਦ ਵੰਡੇ। ਜੋ ਜਪਜੀ ਸਾਹਿਬ ਹੈ ਇਹਦੇ ਦੀਦਾਰ ਗੁਰੂ ਕਾ ਗੁਰਸਿੱਖ ਨਿੱਤ ਕਰਦਾ ਹੈ। ਤੇ ਮੈਂ ਬੇਨਤੀ ਕਰਾਂ ਇੱਦਾਂ ਨਾ ਕਰੋ ਕਿ ਜਦੋਂ ਜਪਜੀ ਸਾਹਿਬ ਦਾ ਪਾਠ ਕਰੀਏ ਵੀ 7-8 ਮਿੰਟਾਂ 'ਚ ਪੂਰਾ ਹੋ ਜਾਵੇ, 12 ਮਿੰਟਾਂ 'ਚ ਪੂਰਾ ਹੋ ਜਾਵੇ। ਐਂ ਨਾ ਕਰੋ, ਸਮਝਣ ਦਾ ਯਤਨ ਕਰੋ। ਇੱਕ ਇੱਕ ਸ਼ਬਦ ਦੀ ਡੈਪਥ ਵਿੱਚ ਦੇਖੋ, ਕਿਹੜੇ ਪਦੇ ਵਿੱਚ ਕੀ ਕਨਸੈਪਟ ਹੈ, ਸਾਨੂੰ ਸਿਖਾਇਆ ਕੀ ਗਿਆ ਹੈ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਸ ਨੂੰ ਸਿੱਖਣ ਦਾ ਯਤਨ ਕਰਿਓ। ਉਹਦੇ ਲਈ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਮੈਂ 3 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ-ਵਾਰ ਵਰਤੇ ਗਏ ਨੇ ਤੁਹਾਡੇ ਸਾਹਮਣੇ ਲਿਆਉਣੇ ਚਾਹਾਂਗਾ। ਗੁਰੂ, ਗੁਰ ਤੇ ਸਤਿਗੁਰ। ਇਹ ਤਿੰਨਾਂ ਸ਼ਬਦਾਂ ਦੇ ਅਰਥ ਅਸੀਂ ਇੱਕੋ ਹੀ ਲੈ ਰਹੇ ਹਾਂ। ਅਸੀਂ ਗੁਰੂ ਵੀ ਉਸੇ ਨੂੰ ਮੰਨ ਰਹੇ ਹਾਂ, ਗੁਰ ਵੀ ਉਸੇ ਨੂੰ ਮੰਨ ਰਹੇ ਹਾਂ, ਸਤਿਗੁਰ ਵੀ ਉਸੇ ਨੂੰ ਮੰਨ ਰਹੇ ਹਾਂ। ਪਰ ਜੇ 3 ਸ਼ਬਦ ਨੇ ਤੇ ਆਪਣੇ ਆਪ ਵਿੱਚ ਬੜਾ ਕੁਝ ਸਮੋਈ ਬੈਠੇ ਨੇ। ਇਹਨੂੰ ਯਾਦ ਰੱਖਿਓ, ਗੁਰੂ ਇਜ਼ ਅ ਵਿਜ਼ੀਬਲ ਪਾਰਟ। ਦਿਖਾਈ ਦੇਣ ਵਾਲਾ ਹਿੱਸਾ ਗੁਰੂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਦਿਖਾਈ ਦਿੰਦਾ ਹੈ, ਸਾਡੇ ਲਈ ਗੁਰੂ ਸਰੂਪ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਬਾਣੀ ਲਿਖੀ ਗਈ ਹੈ ਅੱਖਰਾਂ ਦੇ ਨਾਲ, ਉਹ ਪੜ੍ਹੀ ਜਾਂਦੀ ਹੈ, ਦਿਖਾਈ ਦਿੰਦੀ ਹੈ, ਉਹ ਸਾਡੇ ਲਈ ਗੁਰੂ ਸਰੂਪ ਹੈ। ਗੁਰੂ ਬਾਣੀ, ਪੋਥੀਆਂ ਨੇ, ਸੈਂਚੀਆਂ ਨੇ, ਜਿੱਥੇ ਵੀ ਬਾਣੀ ਲਿਖੀ ਗਈ ਹੈ, ਜੋ ਵੀ ਦਿਖਾਈ ਦਿੰਦੀ ਹੈ, ਜੋ ਵਿਜ਼ੀਬਲ ਪਾਰਟ ਹੈ, ਦ੍ਰਿਸ਼ਟਮਾਨ ਹੈ, ਉਹ ਗੁਰੂ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਾਂ ਸੈਂਚੀਆਂ, ਪੋਥੀਆਂ, ਗੁਟਕਿਆਂ ਦੇ ਅੰਦਰ ਜਾਂ ਉਹ ਜੋ ਅੱਖਰਾਂ ਦੇ ਨਾਲ ਅਸੀਂ ਗੁਰਬਾਣੀ ਦੀਆਂ ਪੰਕਤੀਆਂ, ਸ਼ਬਦ ਪੜ੍ਹ ਰਹੇ ਹਾਂ, ਉਹਦੇ ਅੰਦਰ ਜਿੰਨੀਆਂ ਵੀ ਸਿੱਖਿਆਵਾਂ ਨੇ, ਹਰ ਸਿੱਖਿਆ ਸਾਨੂੰ ਜ਼ਿੰਦਗੀ ਜਿਉਣ ਦਾ ਕੋਈ ਨਾ ਕੋਈ ਗੁਰ ਦਿੱਤਾ ਗਿਆ। ਗੁਰ ਇਜ਼ ਅ ਟੈਕਨੀਕ, ਜੁਗਤ। ਜੇ ਉਹ ਸਿੱਖਿਆ ਜ਼ੁਬਾਨ ਦੇ ਨਾਲ ਸੰਬੰਧਿਤ ਹੈ, ਜੀਭ ਦੇ ਨਾਲ ਸੰਬੰਧਿਤ ਹੈ, ਤੇ ਜਾਂ ਤਾਂ ਉਸ ਸਿੱਖਿਆ ਦੇ ਵਿੱਚ ਜ਼ੁਬਾਨ ਸੰਭਾਲਣ ਨੂੰ, ਬੋਲਾਂ ਨੂੰ ਸੰਭਾਲਣ ਦਾ ਗੁਰ ਦਿੱਤਾ ਗਿਆ ਹੋਏਗਾ, ਜਾਂ ਫਿਰ ਖਾਣੇ ਪੀਣੇ ਦਾ ਗੁਰ ਦਿੱਤਾ ਗਿਆ ਹੋਏਗਾ। ਜਦੋਂ ਭਗਤ ਕਬੀਰ ਜੀ ਕਹਿੰਦੇ ਨੇ ਕਿਸੇ ਦੀ ਚੋਪੜੀ ਦੇਖ ਕੇ ਮਨ ਨੂੰ ਨਾ ਤਰਸਾਈ, ਤਾਂ ਜੀਭ ਨਾਲ ਸੰਬੰਧਿਤ ਗੁਰ ਦਿੱਤਾ ਗਿਆ। ਜੀਭ ਦੇ ਸਵਾਦਾਂ ਦੇ ਲਾਲਚ ਵਿੱਚ ਨਾ ਪੈ, ਤੂੰ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਣ ਦੀ ਜਿਹੜੀ ਗੱਲ ਕੀਤੀ ਗਈ ਹੈ ਵੀ ਨਾਰਮਲ ਵਾਟਰ, ਤੇ ਰੁੱਖੀ ਮਿੱਸੀ ਦੇ ਅਰਥ ਹੈ ਉਹ ਆਇਲੀ ਨਾ ਹੋਵੇ। ਆਇਲੀ ਜਿੰਨਾ ਖਾਣਾ ਹੈ ਇਹ ਕੋਲੇਸਟ੍ਰੋਲ ਪੈਦਾ ਕਰਦਾ ਹੈ। ਕੰਨਾਂ ਨਾਲ ਸੰਬੰਧਿਤ ਸਿੱਖਿਆਵਾਂ ਨੇ। ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨਾਲ ਸੰਬੰਧਿਤ ਜਿੰਨੀਆਂ ਸਿੱਖਿਆਵਾਂ ਨੇ, ਜ਼ਿੰਦਗੀ ਦਾ ਕੋਈ ਨਾ ਕੋਈ ਗੁਰ ਦਿੱਤਾ ਗਿਆ। ਹੁਣ ਸਮਝਿਓ ਇਸ ਨੂੰ। ਗੁਰਬਾਣੀ ਗੁਰੂ ਹੈ। ਗੁਰਬਾਣੀ ਦੇ ਅੰਦਰ ਸਿੱਖਿਆਵਾਂ ਮੇਰੇ ਗੁਰੂ ਪਾਤਸ਼ਾਹ ਦਾ ਗੁਰ ਸਰੂਪ ਹੈ। ਤੇ ਉਹ ਜ਼ਿੰਦਗੀ, ਸਿੱਖ ਦੇ ਲਈ ਜ਼ਿੰਦਗੀ ਜਿਉਣ ਦਾ ਗੁਰ ਹੈ ਉਹ। ਤੀਸਰੀ ਬਾਤ, ਜਦੋਂ ਸਾਨੂੰ ਸਮਝ ਆ ਗਈ ਇਸ ਸ਼ਬਦ ਦੇ ਅੰਦਰ, ਇਸ ਪੰਕਤੀ ਵਿੱਚ ਮੈਨੂੰ ਕੀ ਕਿਹਾ ਗਿਆ, ਮੈਨੂੰ ਸਿਖਾਇਆ ਕੀ ਗਿਆ, ਪਹਿਲਾਂ ਤੇ ਸਮਝ ਆਉਣੀ ਚਾਹੀਦੀ ਹੈ। ਉਹਦੇ ਲਈ ਅਰਥ ਸਿੱਖਣ ਦੀ ਲੋੜ ਹੈ। ਉਹਦੇ ਲਈ ਗੁਰਬਾਣੀ ਗ੍ਰਾਮਰ ਸਿੱਖਣ ਦੀ ਲੋੜ ਹੈ। ਉਹਦੇ ਲਈ ਗੁਰੂ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਇਹ ਸਾਧੂਕੜੀ ਬੋਲੀ ਹੈ, ਸਾਧੂਆਂ ਦੀ ਬੋਲੀ। ਉਹ ਕਿਸ ਪਿਆਰ ਵਿੱਚ ਆ ਕੇ ਰਮਜ਼ਾਂ ਵਾਲੇ ਸ਼ਬਦ ਵਰਤਦੇ ਸੀ, ਉਹ ਰਮਜ਼ ਸਮਝਣ ਦੀ ਲੋੜ ਹੈ। ਮੈਂ ਇੱਥੇ ਥੋੜ੍ਹਾ ਜਿਹਾ ਇਸ਼ਾਰਾ ਦੇ ਦਿਆਂ। ਪੁਰਾਤਨ ਸਮਿਆਂ ਦੇ ਵਿੱਚ ਜਦੋਂ ਕੋਈ ਕਿਸੇ ਬੰਦੇ ਨੂੰ ਮਿਸਗਾਈਡ ਕਰ ਦਿੰਦਾ, ਉਹਦੇ ਅੰਦਰ ਆਪਣੇ ਵਿਚਾਰ ਭਰ ਦਿੰਦਾ, ਉਹ ਕਿਸੇ ਦਾ ਚੱਕਿਆ ਚਕਾਇਆ ਭਰੀ ਸਭਾ ਦੇ ਵਿੱਚ ਹੰਕਾਰ ਵਾਲੇ ਬੋਲ ਬੋਲਦਾ, ਜਾਂ ਜੋ ਉਹ ਚਾਹੁੰਦਾ ਉਹਦੀ ਭਾਵਨਾ ਅਨੁਸਾਰ ਬੋਲਦਾ, ਤੇ ਲੋਕ ਕਹਿੰਦੇ ਸੀ ਤੂੰ ਨਹੀਂ ਬੋਲ ਰਿਹਾ, ਤੇਰੇ 'ਚ ਕੋਈ ਹੋਰ ਬੋਲ ਰਿਹਾ। ਹੁਣ ਤੇਰੇ 'ਚ ਕੋਈ ਹੋਰ ਬੋਲਣ ਦੇ ਅਰਥ ਇਹ ਥੋੜ੍ਹੀ ਹੈ ਕਿ ਉਹ ਸਰੀਰ ਦੇ ਅੰਦਰ, ਬੋਡੀ ਦੇ ਅੰਦਰ ਕੋਈ ਬੈਠਾ ਹੈ, ਯਾਨੀ ਤੈਨੂੰ ਕਿਸੇ ਨੇ ਮਿਸਗਾਈਡ ਕੀਤਾ, ਤੈਨੂੰ ਕਿਸੇ ਨੇ ਭਰਤਾ ਹੈ। ਇਸ ਲਈ ਸ਼ਬਦਾਂ ਦੀਆਂ ਰਮਜ਼ਾਂ ਹੁੰਦੀਆਂ ਨੇ।
ਜਦੋਂ ਉਹਨਾਂ ਸ਼ਬਦਾਂ ਦੀਆਂ ਰਮਜ਼ਾਂ ਨੂੰ ਸਮਝਾਂਗੇ, ਤੇ ਜਿਹੜੀ ਸਾਧੂਕੜੀ ਬੋਲੀ ਹੈ ਨਾ, ਸਾਧੂ ਆਪਣੇ ਸ਼ਬਦਾਂ ਦੇ ਵਿੱਚ ਰਮਜ਼ਾਂ ਪਰੋ ਕੇ ਰੱਖਦੇ ਸਨ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਲਿਟਰਲ ਮੀਨਿੰਗ ਨਹੀਂ ਕਰ ਸਕਦੇ ਅਸੀਂ, ਉਹਦੇ ਭਾਵ ਸਮਝਣੇ ਪੈਣਗੇ। ਉਹ ਕਿਸ ਨਜ਼ਰੀਏ ਦੇ ਨਾਲ, ਕਿਸ ਐਂਗਲ ਦੇ ਨਾਲ ਸਾਡੀ ਜ਼ਿੰਦਗੀ ਦੇ ਕਿਹੜੇ ਪੱਖ ਨੂੰ ਸਿਖਾਇਆ ਗਿਆ, ਤਾਂ ਸਿੱਖਣਾ ਬਹੁਤ ਜ਼ਰੂਰੀ ਹੈ। ਜਦੋਂ ਸਮਝ ਆ ਗਈ, ਪਤਾ ਲੱਗਿਆ ਮੇਰੇ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ, ਜੇ ਉਹ ਮਨ ਨੂੰ ਚੰਗਾ ਲੱਗਿਆ ਤਾਂ ਸਾਡੀ ਚੇਤਾ ਸ਼ਕਤੀ 'ਚ ਬੈਠ ਜਾਏਗਾ, ਸਾਨੂੰ ਯਾਦ ਰਹੇਗਾ। ਹੁਣ ਸਿੱਖਿਆ ਗੁਰੂ ਤੋਂ ਕੀ ਸਿੱਖਿਆ? ਜ਼ਿੰਦਗੀ ਜਿਉਣ ਦਾ ਗੁਰ ਸਿੱਖਿਆ। ਜਦੋਂ ਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਦੇ ਵਿੱਚ ਟੁੱਬੀ ਮਾਰੀ, ਮਨ ਨੇ ਮਨ ਹੰਸ ਬਣ ਕੇ ਉਹ ਗੁਰ ਸਰੂਪ ਦਾ ਮੋਤੀ ਮਤ ਵਿੱਚ ਰੱਖ ਲਿਆ। ਜ਼ਿੰਦਗੀ ਜਿਉਂਦਿਆਂ ਹਾਲਾਤ ਅਪ ਐਂਡ ਡਾਊਨ ਹੁੰਦੇ ਨੇ, ਕਦੀ ਕਿਸ ਤਰ੍ਹਾਂ ਦੀ ਸਿਚੁਏਸ਼ਨ, ਕਦੀ ਕਿਸ ਤਰ੍ਹਾਂ ਦੀ ਸਿਚੁਏਸ਼ਨ। ਉਸ ਸਿਚੁਏਸ਼ਨ ਦੇ ਵਿੱਚ ਉਹ ਜਿਹੜੀ ਸਿੱਖੀ ਹੋਈ ਸਿੱਖਿਆ ਹੈ ਉਹ ਅੰਦਰੋਂ ਗੂੰਜਦੀ ਹੈ। ਉਦਾਹਰਨ ਦੇ ਤੌਰ ਤੇ ਜਦੋਂ ਕਿਸੇ ਨੂੰ ਗੁੱਸਾ ਆ ਗਿਆ, ਤਾਂ ਗੁੱਸਾ ਆਇਆ, ਅੰਦਰ ਪੰਕਤੀ ਜੇ ਯਾਦ ਹੈ, ਉਹ ਸਿੱਖਿਆ ਭਗਤ ਫਰੀਦ ਜੀ ਦੀ ਚੰਗੀ ਲੱਗੀ ਹੈ ਤੇ ਅੰਦਰੋਂ ਹੀ ਗੂੰਜੇਗੀ, ਅੰਦਰੋਂ ਹੀ ਸੁਣੇਗੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਉਹ ਜਿਹੜੀ ਅੰਦਰੋਂ ਗੂੰਜੀ ਹੋਈ ਆਵਾਜ਼ ਹੈ ਉਹ ਸਤਿਗੁਰ ਸਰੂਪ ਹੈ। ਇਸ ਲਈ ਦੋ ਪੰਕਤੀਆਂ ਨੂੰ ਧਿਆਨ ਨਾਲ ਪੜ੍ਹਿਓ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਅਸੀਂ ਗੁਰੂ ਸਾਹਿਬ ਕੋਲ ਜਾਂਦੇ ਹਾਂ, ਵਾਪਸ ਆ ਜਾਂਦੇ ਹਾਂ। ਜੋ ਗੁਰ ਲਿਆ ਉਹ ਸਦਾ ਨਾਲ ਹੋਏਗਾ। ਤੇ ਉਸ ਗੁਰ ਨੇ ਅੰਦਰੋਂ ਆਵਾਜ਼ ਬਣ ਕੇ ਰਹਿਨਮਾਈ ਕਰਦਿਆਂ ਸਤਿਗੁਰ ਸਰੂਪ ਬਣਨਾ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਇੱਦਾਂ ਗੁਰੂ, ਗੁਰ ਤੇ ਸਤਿਗੁਰ ਸਰੂਪ ਦੀਆਂ ਰਮਜ਼ਾਂ ਸਮਝਣ ਵਾਸਤੇ ਦੇਖਣਾ ਸਾਨੂੰ ਦੱਸਿਆ ਕੀ ਜਾ ਰਿਹਾ ਹੈ। ਆਓ ਅੱਜ ਕੁਝ ਕੁ ਮੋਤੀ ਆਪਾਂ ਸਿੱਖਾਂਗੇ ਕਿ ਜਪਜੀ ਸਾਹਿਬ ਦੀ ਬਾਣੀ ਅੰਦਰ ਸਤਿਗੁਰੂ ਜੀ ਨੇ ਕਿਸ ਤਰ੍ਹਾਂ ਦੀਆਂ ਰਮਜ਼ਾਂ ਭਰ ਕੇ, ਕਿਸ ਤਰ੍ਹਾਂ ਸ਼ਬਦਾਂ ਦੇ ਅੰਦਰ ਸਾਨੂੰ ਕਿੰਨੇ ਗਿਆਨ ਦੇ ਮੋਤੀ ਦਿੱਤੇ ਨੇ, ਜੋ ਸਾਡੀ ਸੋਚ ਤੇ ਸੁਭਾਅ ਨੂੰ ਸੰਵਾਰ ਸਕਦੇ ਨੇ, ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਕਰ ਸਕਦੇ ਨੇ, ਸਾਡੇ ਘਰਾਂ ਨੂੰ ਧਰਮਸ਼ਾਲਾ ਬਣਾ ਸਕਦੇ ਨੇ। ਪਰ ਸਮਾਂ ਥੋੜਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਗਲੀ ਵਿਚਾਰ ਤੁਹਾਡੇ ਨਾਲ ਫਿਰ ਸਾਂਝੀ ਕਰਾਂਗਾ। क्या बात है जी। ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਹਿਲ। ਫੋਨ ਨੰਬਰ 4033333313 ਅਤੇ ਈਮੇਲ chalhomes@gmail.com। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 6047602643 ਤਰਨ 6048970363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ
ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ। ਵਿਜ਼ਿਟ ਕਰੋ ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਬ੍ਰੇਕ ਤੋਂ ਪਹਿਲਾਂ ਆਪਾਂ ਸਿੱਖ ਰਹੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ, ਸਤਿਕਾਰ, ਨਿਮਰਤਾ, ਸਮਝ ਤੇ ਸੋਝੀ ਦਾ ਰਿਸ਼ਤਾ ਪਾਉਣਾ ਹੈ। ਇੱਕ ਇੱਕ ਸ਼ਬਦ ਨੂੰ ਗਹਿਰਾਈ ਵਿੱਚ ਸਮਝਣਾ ਹੈ, ਉਹਦੀਆਂ ਰਮਜ਼ਾਂ ਸਮਝਣੀਆਂ ਨੇ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਵਿੱਚ ਮੂਲ ਮੰਤਰ ਹੈ ਤੇ ਮੂਲ ਮੰਤਰ ਦੇ ਅੰਦਰ ਜਿਹੜੇ 4 ਸ਼ਬਦ ਨੇ ਉਹ ਬੜੇ ਧਿਆਨ ਨਾਲ ਦੇਖਣ ਵਾਲੇ ਨੇ, ਬੜੇ ਧਿਆਨ ਨਾਲ ਦਰਸ਼ਨ ਕਰਿਓ। ਪੰਜਾਬੀ ਦੇ ਵਿੱਚ ਕਿਸੇ ਵੀ ਸ਼ਬਦ ਦੇ ਅਰਥ ਉਲਟੇ ਕਰਨੇ ਹੋਣ ਤਾਂ ਉਹਦੇ ਅੱਗੇ ਨਿਰ ਲਿਖ ਕੇ ਉਹਦੇ ਅਰਥ ਪਲਟ ਜਾਂਦੇ ਨੇ, ਜਾਂ ਉਹਦੇ ਅੱਗੇ ਐੜਾ ਲਿਖਣ ਦੇ ਨਾਲ ਉਹ ਅਰਥ ਪਲਟ ਜਾਂਦੇ ਨੇ। ਤੇ ਜੇ ਕਿਸੇ ਗੁਣ ਨੂੰ, ਕਿਸੇ ਸੁੰਦਰਤਾ ਨੂੰ ਚੌਗੁਣਾ 10 ਗੁਣਾ ਕਰਨਾ ਹੋਵੇ ਤਾਂ ਉਹਦੇ ਅੱਗੇ ਸੱਸਾ ਲੱਗ ਜਾਂਦਾ ਹੈ, ਫਲ ਨੂੰ ਸਫਲ। ਇਸੇ ਤਰ੍ਹਾਂ ਉੱਥੇ 4 ਸ਼ਬਦ ਮੂਲ ਮੰਤਰ ਵਿੱਚ ਐਸੇ ਨੇ ਜਿਨ੍ਹਾਂ ਵਿੱਚੋਂ 2 ਸ਼ਬਦਾਂ ਦੇ ਅੱਗੇ ਨਿਰ, 2 ਸ਼ਬਦਾਂ ਦੇ ਅੱਗੇ ਐੜਾ ਲੱਗਿਆ ਹੋਇਆ ਹੈ। ਉਹਨੂੰ ਪੇਸ਼ ਕਿਵੇਂ ਕੀਤਾ ਗੁਰੂ ਪਾਤਸ਼ਾਹ ਨੇ ਕਿ ਜਿਸ ਰੱਬ ਦੇ ਨਾਲ ਸਾਡਾ ਪਿਆਰ ਹੈ, ਜਿਸ ਰੱਬ ਦੀ ਜੋਤ ਸਾਡੇ ਅੰਦਰ ਹੈ, ਅਸੀਂ ਓਨਾ ਚਿਰ ਹੀ ਜਿਉ ਸਕਦੇ ਹਾਂ ਜਿੰਨਾ ਚਿਰ ਮੇਰੇ ਦਾਤੇ ਪ੍ਰਭੂ ਦੀ ਜੋਤ ਸਾਡੇ ਅੰਦਰ ਹੈ। ਜਦੋਂ ਉਹ ਜੋਤ ਨਿਕਲ ਗਈ, ਸਰੀਰ ਮਿੱਟੀ ਦੀ ਢੇਰੀ ਹੈ। ਤਾਂ ਉਹ ਦਾਤਾ ਹਰ ਥਾਂ ਤੇ, ਹਰ ਵਰਤਾਰੇ ਵਿੱਚ ਸੱਚੇ ਗਿਆਨ ਦੇ ਰੂਪ ਵਿੱਚ ਹੈ। ਹਰ ਇੱਕ ਦੇ ਅੰਦਰ ਗੁਣ ਬਣ ਕੇ ਹੈ। ਉਹ ਨਿਜ਼ਮ ਬਣ ਕੇ ਸਭ ਕੁਝ ਨੂੰ ਚਲਾ ਰਿਹਾ ਹੈ। ਉਸ ਦਾਤੇ ਦੇ ਗੁਣਾਂ ਨੂੰ ਪੇਸ਼ ਕੀਤਾ ਗਿਆ ਇਹਨਾਂ 4 ਸ਼ਬਦਾਂ ਵਿੱਚ। ਹੁਣ ਸ਼ਬਦ ਹੈ ਭਉ, ਉੱਥੇ ਦਾਤੇ ਦਾ ਗੁਣ ਦਿੱਤਾ ਗਿਆ ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ। ਫਿਰ ਸ਼ਬਦ ਹੈ ਵੈਰ, ਤੇ ਦਾਤੇ ਦਾ ਗੁਣ ਹੈ ਨਿਰਵੈਰ, ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਵੈਰ ਉਸ ਨਾਲ ਹੁੰਦਾ ਹੈ ਜਿਹਨੂੰ ਨੀਵਾਂ ਮੰਨਿਆ ਜਾਂਦਾ ਹੈ, ਜਾਂ ਜਿਹਨੂੰ ਉੱਚਾ ਮੰਨਿਆ ਜਾਂਦਾ ਹੈ, ਜਾਂ ਜਿਹਨੂੰ ਕੰਪੀਟੀਟਰ ਮੰਨਿਆ ਜਾਂਦਾ। ਨਾ ਉਹਦਾ ਕੋਈ ਕੰਪੀਟੀਟਰ ਹੈ, ਨਾ ਉਹਦੀਆਂ ਨਜ਼ਰਾਂ 'ਚ ਕੋਈ ਉੱਚਾ ਹੈ, ਨਾ ਉਹਦੀਆਂ ਨਜ਼ਰਾਂ 'ਚ ਕੋਈ ਨੀਵਾਂ ਹੈ। ਫਿਰ ਸ਼ਬਦ ਹੈ ਕਾਲ। ਕਾਲ ਹੁੰਦਾ ਸਮਾਂ, ਸਮੇਂ ਵਿੱਚ ਸਿਚੁਏਸ਼ਨ ਹੈ, ਸਮੇਂ ਵਿੱਚ ਸਰਕਮਸਟੈਂਸਸ ਹੈ, ਸਥਿਤੀਆਂ ਪ੍ਰਸਥਿਤੀਆਂ ਨੇ, ਹਾਲਾਤ ਨੇ। ਪਰ ਰੱਬ ਦਾ ਗੁਣ ਹੈ ਉਹ ਅਕਾਲ ਹੈ। ਉਹਦੇ ਤੇ ਸਮੇਂ ਦਾ, ਸਿਚੁਏਸ਼ਨ ਦਾ, ਸਥਿਤੀ ਦਾ, ਪ੍ਰਸਥਿਤੀ ਦਾ, ਹਾਲਾਤ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਜੇ ਰੱਬ ਗੁਣ ਬਣ ਕੇ ਕਿਸੇ ਦੇ ਅੰਦਰ ਹੈ, ਗੁਣ ਤੇ ਵੀ ਪ੍ਰਭਾਵ ਨਹੀਂ ਪੈਂਦਾ। ਗੁਣ ਵਰਤਨ ਦੀ ਜੁਗਤ ਤੇ ਪ੍ਰਭਾਵ ਪੈਂਦਾ ਹੈ। ਜੋ ਰੱਬ ਦਾ ਨਿਜ਼ਮ ਇਸ ਕੁਦਰਤ ਵਿੱਚ ਚੱਲ ਰਿਹਾ ਹੈ, ਜਿਤਨੀਆਂ ਨੈਚੁਰਲ ਫੋਰਸਿਸ ਨੇ, ਉਹਨਾਂ ਤੇ ਕੋਈ ਅਸਰ ਨਹੀਂ ਪੈਂਦਾ। ਉਹਦੀਆਂ ਸ਼ਕਤੀਆਂ ਤੇ ਕੋਈ ਅਸਰ ਨਹੀਂ ਪੈਂਦਾ। ਅਕਾਲ। ਚੌਥਾ ਸ਼ਬਦ ਹੈ ਜੂਨੀ। ਜੂਨੀ ਹੁੰਦਾ ਜਿਹਦਾ ਜਨਮ ਹੋ ਜਾਵੇ ਫਿਰ ਮਰਨ ਹੋ ਜਾਵੇ। ਤੇ ਰੱਬ ਦਾ ਗੁਣ ਹੈ ਨਾ ਉਹਦਾ ਜਨਮ ਹੁੰਦਾ ਹੈ ਤੇ ਨਾ ਉਹਦੀ ਮੌਤ ਹੁੰਦੀ ਹੈ। ਜਿਹਦਾ ਜਨਮ ਤੇ ਮੌਤ ਹੈ ਉਹ ਜੂਨੀ 'ਚ ਹੈ। ਹੁਣ ਸਾਡੇ ਮਨ ਨੂੰ, ਸਾਡੇ ਸੁਭਾਅ ਨੂੰ, ਸਾਡੀ ਸੋਚ ਨੂੰ ਬਦਲਣ ਵਾਸਤੇ ਕਿੰਨੀ ਕਮਾਲ ਦੀ ਰਮਜ਼ ਹੈ ਕਿ ਉਸ ਮੂਲ ਮੰਤਰ ਵਿੱਚ ਰੱਬ ਦੇ 4 ਗੁਣ ਦੇ ਦਿੱਤੇ। ਤੇ ਜਦੋਂ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਦੇਖ ਤੂੰ ਪੈਦਾ ਕਿੱਥੋਂ ਹੋਇਆ, ਤੇਰਾ ਅਸਲੀ ਮੂਲ, ਤੇਰੀ ਅਸਲੀ ਜੜ ਕੀ ਹੈ? ਉਹ ਹੈ ਪ੍ਰਭੂ ਜੀ, ਰੱਬ। ਤੇ ਜੇ ਰੱਬ ਨਿਰਭਉ ਹੈ, ਐ ਮਨਾ
ਤੂੰ ਭੈ ਵਿੱਚ ਉਦੋਂ ਹੋਏਗਾ ਜਦੋਂ ਗਲਤੀਆਂ ਕਰੇਗਾ, ਤੇ ਗਲਤੀਆਂ ਉਦੋਂ ਕਰੇਗਾ ਜਦੋਂ ਤੇਰੀ ਸੋਚ ਤੇ ਸੁਭਾਅ ਕਰਪਟ ਹੋ ਜਾਏਗੀ, ਮੈਲੀ ਹੋ ਜਾਏਗੀ। ਤੇ ਤੂੰ ਬਣਨਾ ਹੈ ਉਸ ਤਰ੍ਹਾਂ ਦਾ, ਨਿਰਭਉ ਜਪੈ ਸਗਲ ਭਉ ਮਿਟੈ। ਜਿਸ ਦੇ ਨਾਲ ਪਿਆਰ ਹੋਵੇ ਨਾ, ਉਹਦੇ ਵਰਗਾ ਬਣਨ ਵਾਸਤੇ ਆਟੋਮੈਟਿਕਲੀ ਚਾਅ ਜਾਗਦਾ ਹੈ। ਇਹ ਸਾਡੀ ਤਰਾਸਦੀ ਹੈ, ਸਾਡਾ ਡਰਾਬੈਕ ਹੈ, ਸਾਡੀ ਬਦਕਿਸਮਤੀ ਹੈ। ਸਾਡੀ ਆਉਣ ਵਾਲੀ ਪੀੜ੍ਹੀ ਸਿੰਗਰਸ ਦੇ ਨਾਲ ਇੰਨਾ ਪਿਆਰ ਕਰਦੀ ਪਈ ਹੈ, ਉਹਨਾਂ ਵਰਗੇ ਬਣਦੇ ਪਏ ਨੇ। ਉਹ ਐਕਟਰਸ ਦੇ ਨਾਲ ਇੰਨਾ ਪਿਆਰ ਕਰਦੇ ਨੇ, ਉਹਨਾਂ ਵਰਗੇ ਬਣਦੇ ਪਏ ਨੇ। ਕਾਸ਼ ਕਦੀ ਸਾਡੀਆਂ ਧੀਆਂ ਬੀਬੀ ਭਾਨੀ, ਬੀਬੀ ਨਾਨਕੀ, ਬੀਬੀ ਅਮਰੋ, ਮਾਤਾ ਭਾਗ ਕੌਰ, ਮਾਤਾ ਗੰਗਾ ਜੀ, ਮਾਤਾ ਤ੍ਰਿਪਤਾ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵਰਗੇ ਗੁਣ ਆਪਣੇ ਅੰਦਰ ਲਿਆਉਣ। ਕਾਸ਼ ਕਦੀ ਸਾਡੇ ਨੌਜਵਾਨ ਪੁੱਤਰ ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਭਾਈ ਮਰਦਾਨਾ ਜੀ ਵਰਗੇ, ਭਾਈ ਕਨਈਆ ਜੀ, ਭਾਈ ਪਿਰਾਗਾ ਜੀ, ਗੁਰੂ ਦੇ ਸਾਹਿਬਜ਼ਾਦੇ ਭਾਈ ਗੁਰਦਾਸ ਜੀ ਵਰਗੇ, ਕਾਸ਼ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵਰਗੇ ਗੁਣ ਆਪਣੇ 'ਚ ਲਿਆਉਣ ਵਾਸਤੇ ਜਜ਼ਬਾ ਜਾਗੇ, ਜੇ ਗੁਰੂ ਦਾ ਵਿਰਸਾ ਪਹੁੰਚਾਈਏ। ਪਰ ਇਹ ਨਿਜ਼ਮ ਅਟਲ ਸੱਚਾਈ ਹੈ ਕਿ ਜਿਹਦੇ ਨਾਲ ਪਿਆਰ ਹੈ ਉਹਦੇ ਵਰਗਾ ਬਣਨ ਲਈ ਮਨ ਕੋਸ਼ਿਸ਼ ਕਰਦਾ ਹੈ। ਤੇ ਜੇ ਰੱਬ ਨਾਲ ਪਿਆਰ ਹੈ, ਰੱਬ ਨਿਰਭਉ ਹੈ, ਐ ਮਨਾ ਤੈਨੂੰ ਨਿਰਭਉ ਹੋਣਾ ਪਵੇਗਾ। ਜੇ ਤੂੰ ਨਿਰਭਉ ਨਹੀਂ ਹੋਏਗਾ, ਤੂੰ ਮਾਨਸਿਕਤਾ ਦੇ ਵਿੱਚ ਗੁਲਾਮੀ ਹੋਏਗੀ ਤੇਰੇ। ਤੂੰ ਗੁਲਾਮ ਬਣ ਕੇ ਕਿਸੇ ਦੀ ਅਧੀਨਗੀ ਕਰੇਗਾ, ਮੁਤਾਜੀ ਕਰੇਗਾ। ਗੁਰੂ ਕਾ ਸਿੱਖ ਕਿਸੇ ਦੀ ਮੁਤਾਜੀ ਨਹੀਂ ਕਰਦਾ, ਉਹ ਕਿਸੇ ਦੇ ਅਧੀਨ ਨਹੀਂ ਹੋ ਕੇ ਚੱਲ ਸਕਦਾ, ਉਹ ਸਿਧਾਂਤਾਂ ਨਾਲ ਕਦੀ ਸਮਝੌਤਾ ਨਹੀਂ ਕਰ ਸਕਦਾ। ਜਿਹੜੇ ਗੁਲਾਮ ਮਾਨਸਿਕਤਾ ਦੇ ਸ਼ਿਕਾਰ ਹੋ ਜਾਂਦੇ ਨੇ, ਜਿਨ੍ਹਾਂ ਦੀ ਜ਼ਹਿਨੀਅਤ ਵਿੱਚ ਗੁਲਾਮੀ ਹੁੰਦੀ ਹੈ, ਜਿਹੜੇ ਡਰ ਡਰ ਕੇ ਜੀਵਨ ਜਿਉਂਦੇ ਨੇ, ਉਹ ਚਾਪਲੂਸੀਆਂ ਵਿੱਚ ਫਸ ਜਾਂਦੇ ਨੇ। ਕਿੱਦਾਂ ਸਾਡੀ ਸੋਚ ਤੇ ਸੁਭਾਅ ਨੂੰ ਸ਼ਿੰਗਾਰਨ ਵਾਸਤੇ ਗੁਣ ਰੱਖ ਦਿੱਤਾ। ਉਹ ਨਿਰਭਉ ਹੈ, ਤੂੰ ਨਿਰਭਉ ਬਣ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਾਨੂੰ ਇੱਕ ਹੋਰ ਬੜੀ ਕਮਾਲ ਦੀ ਰਮਜ਼ ਸਮਝਾ ਦਿੱਤੀ। ਸੋ ਡਰੈ ਜੇ ਪਾਪ ਕਮਾਉਂਦਾ, ਜਿਹੜਾ ਗਲਤੀ ਕਰੇਗਾ ਉਹ ਡਰੇਗਾ। ਤੇ ਗਲਤੀਆਂ ਤੋਂ ਬਚਣ ਵਾਸਤੇ ਗੁਰੂ ਦਾ ਸਿੱਖ ਬਣਨਾ ਹੈ, ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਣਾ ਹੈ। ਇਹ ਮਨ ਨੇ ਨਿਰਭਉ ਬਣਨਾ ਹੈ। ਦੂਜਾ ਗੁਣ ਦਾਤੇ ਦਾ ਨਿਰਵੈਰ ਹੈ। ਸਿੱਖ ਕੌਮ ਨੂੰ ਤਾਂ ਗੁਰੂ ਪਾਤਸ਼ਾਹ ਨੇ ਇਹ ਗੱਲਾਂ ਸਿਖਾਈਆਂ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਫਿਰ ਧੜੇਬੰਦੀਆਂ 'ਚ ਕਿਉਂ ਫਸ ਗਏ? ਧੜੇਬੰਦੀ ਪਤਾ ਕਿੱਥੋਂ ਪੈਦਾ ਹੁੰਦੀ ਹੈ? ਅੰਦਰ ਕੋਈ ਸਵਾਰਥ ਹੈ, ਅੰਦਰ ਸੈਲਫਿਸ਼ਨੈਸ ਹੈ, ਆਪਣੇ ਹਿੱਤ ਨੇ। ਉਹ ਜਿਹਦੇ ਤੋਂ ਪੂਰੇ ਹੁੰਦੇ ਨੇ, ਬੰਦਾ ਉਹਦੇ ਨਾਲ ਜੁੜ ਜਾਂਦਾ ਹੈ। ਹੌਲੀ ਹੌਲੀ ਹਿੱਤਾਂ ਦੀ ਪੂਰਤੀ, ਉਹ ਉਹਦੇ ਤੋਂ ਆਪਣਾ ਸਵਾਰਥ ਪੂਰਾ ਕਰ ਰਿਹਾ, ਜਿਹਦੇ ਨਾਲ ਜੁੜ ਰਿਹਾ ਹੈ। ਤੇ ਜਿਹਦੇ ਨਾਲ ਜੁੜ ਰਿਹਾ ਹੈ, ਉਹ ਜੁੜਨ ਵਾਲੇ ਤੋਂ ਆਪਣਾ ਸਵਾਰਥ ਪੂਰਾ ਕਰ ਰਿਹਾ, ਉਹਦੇ 'ਚੋਂ ਧੜੇ ਪੈਦਾ ਹੋ ਜਾਂਦੇ ਨੇ। ਤੇ ਜਦੋਂ ਕਿਸੇ ਦੀ ਸੋਚ, ਕਿਸੇ ਦੀ ਮਾਨਸਿਕਤਾ, ਕਿਸੇ ਦੀ ਜ਼ਹਿਨੀਅਤ ਦੇ ਵਿੱਚ ਧੜੇਬੰਦੀਆਂ ਦਾ ਲਗਾਵ ਪੈਦਾ ਹੋ ਜਾਏਗਾ, ਫਿਰ ਉਸ ਨੂੰ ਆਪਣੇ ਧੜੇ ਦੇ ਔਗਣ, ਨੁਕਸ ਨਹੀਂ ਪਤਾ ਲੱਗਣਗੇ ਤੇ ਉਹ ਸਵੈ ਪੜਚੋਲ ਨਹੀਂ ਕਰੇਗਾ। ਫਿਰ ਉਹ ਦੂਸਰੇ ਧੜੇ ਨੂੰ ਆਪਣਾ ਕੰਪੀਟੀਟਰ, ਆਪਣਾ ਦੁਸ਼ਮਣ ਮੰਨ ਕੇ, ਆਪਣਾ ਵਿਰੋਧੀ ਮੰਨ ਕੇ ਉਹਦੇ ਚੰਗੇ ਗੁਣਾਂ ਦੀ ਕਦੀ ਸ਼ਲਾਘਾ ਨਹੀਂ ਕਰ ਸਕੇਗਾ। ਅੱਜ ਦੇ ਯੁੱਗ ਵਿੱਚ ਤਾਂ ਬੰਦਾ ਇੱਕ ਪਾਰਟੀ ਦੂਸਰੇ ਪਾਰਟੀ ਦੇ ਗੁਣਾਂ ਦੀ ਸ਼ਲਾਘਾ ਕਰਨਾ ਹੀ ਭੁੱਲ ਚੁੱਕੀ ਹੈ। ਸਿੱਖ ਸੰਸਥਾਵਾਂ ਵੀ ਧੜੇਬੰਦੀ 'ਚ ਫਸ ਕੇ ਦੂਸਰੇ ਧੜੇ ਦੀ, ਦੂਸਰੀ ਸੰਸਥਾ ਦੇ ਚੰਗੇ ਗੁਣਾਂ ਦੀ ਸ਼ਲਾਘਾ ਕਰਨੀ ਭੁੱਲ ਗਏ ਹੈ, ਜਿਹਦਾ ਨਤੀਜਾ ਇਹ ਹੋਇਆ ਕਿ ਹਰ ਬੰਦਾ ਅੱਜ ਨੁਕਸ ਲੱਭਦਾ ਹੈ ਤੇ ਨੁਕਸ ਉਛਾਲ ਕੇ ਰਸ ਮਾਣਦਾ ਹੈ। ਜਿਹੜਾ ਪਹਿਲਾਂ ਹੀ ਨੁਕਸ ਲੱਭਣ ਦੀ ਬਿਰਤੀ ਰੱਖਦਾ ਹੈ, ਉਹਨੂੰ ਹਮੇਸ਼ਾ ਧੁੰਦਲੀ ਤਸਵੀਰ ਹੀ ਦਿਸਦੀ ਹੈ ਵਰਤਾਰੇ ਦੀ, ਚੰਗੇ ਕੰਮਾਂ ਦੀ। ਉਹ ਧੁੰਦਲੀ ਤਸਵੀਰ ਲੋਕਾਂ ਕੋਲੇ ਪੇਸ਼ ਕਰਦਾ ਹੈ। ਇਸ ਲਈ ਜਿਹੜੇ ਚੰਗੇ ਬੰਦੇ ਨੇ ਉਹ ਪਰਉਪਕਾਰ ਦੇ ਲਈ ਅੱਗੇ ਨਹੀਂ ਆ ਰਹੇ, ਕਿਉਂਕਿ ਨੁਕਸ ਲੱਭਣ ਦੀ ਬਿਰਤੀ ਬਹੁਤ ਹਾਵੀ ਹੈ। ਇਹ ਧੜੇਬੰਦੀਆਂ ਵਿੱਚੋਂ ਨਿਕਲੀ ਹੈ। ਇੱਕ ਸੰਸਥਾ ਦੂਸਰੀ ਸੰਸਥਾ ਨੂੰ ਦੁਸ਼ਮਣ ਮੰਨੀ ਜਾ ਰਹੀ ਹੈ। ਇੱਕ ਪਾਰਟੀ ਦੂਸਰੀ ਪਾਰਟੀ ਨੂੰ
ਦੁਸ਼ਮਣ ਮੰਨ ਰਹੀ ਹੈ, ਇੱਕ ਜਥਾ ਦੂਸਰੇ ਜਥੇ ਨੂੰ ਦੁਸ਼ਮਣ ਮੰਨ ਰਿਹਾ ਹੈ। ਕਿੰਨੀ ਕਮਾਲ ਦੀ ਸੋਚ ਸੰਵਾਰਨ ਵਾਸਤੇ ਕਹਿ ਦਿੱਤਾ, ਜੇ ਤੇਰਾ ਰੱਬ ਨਾਲ ਪਿਆਰ ਹੈ ਤੇ ਉਹ ਦਾਤਾ ਨਿਰਵੈਰ ਹੈ ਪਿਆਰਿਆ, ਇਸ ਮਨ ਨੇ ਉਹਦੇ ਵਰਗਾ ਬਣਨਾ ਹੈ। ਤੀਜਾ ਗੁਣ ਅਕਾਲ। ਸਮੇਂ ਦਾ ਪ੍ਰਭਾਵ ਪੈਂਦਾ ਹੈ, ਸਿਚੁਏਸ਼ਨ ਦਾ ਪ੍ਰਭਾਵ ਪੈਂਦਾ ਹੈ, ਨੈਚੁਰਲ ਪ੍ਰੋਸੈਸ ਹੈ, ਇਹ ਆਟੋਮੈਟਿਕਲੀ ਹੋ ਜਾਂਦਾ ਹੈ। ਪਰ ਸਿਧਾਂਤ ਨਹੀਂ ਛੱਡਣੇ, ਮਿਸ਼ਨ ਨਹੀਂ ਛੱਡਣਾ, ਵਿਜ਼ਨ ਨਹੀਂ ਛੱਡਣਾ। ਸਿਚੁਏਸ਼ਨ ਦਾ ਪ੍ਰਭਾਵ ਪੈਂਦਾ ਹੈ, ਮਨ ਡੋਲਦਾ ਹੈ। ਸਮੇਂ ਦਾ ਪ੍ਰਭਾਵ ਪੈਂਦਾ ਹੈ, ਮਨ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ। ਪਰ ਵਿਜ਼ਨ ਨਹੀਂ ਛੱਡਣਾ, ਮਿਸ਼ਨ ਨਹੀਂ ਛੱਡਣਾ। ਜੇ ਵਿਜ਼ਨ ਫੋਕਸ ਹੋਏਗਾ, ਮਿਸ਼ਨ ਫੋਕਸ ਹੋਏਗਾ, ਸਮੇਂ ਸਿਚੁਏਸ਼ਨ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਸਮੇਂ ਸਿਚੁਏਸ਼ਨ ਦੇ ਨਾਲ ਜੂਝਦਾ ਰਹੇਗਾ, ਸੰਘਰਸ਼ਸ਼ੀਲ ਬਣੇਗਾ, ਉਹ ਜੁਝਾਰੂ ਬਿਰਤੀ ਪੈਦਾ ਹੋਏਗੀ ਤੇ ਇਹ ਮਨ ਜਿਹੜਾ ਹੈ ਉਹ ਅਕਾਲ ਦੇ ਗੁਣ ਨੂੰ ਗ੍ਰਹਿਣ ਕਰੇਗਾ। ਚੌਥਾ ਗੁਣ ਅਜੂਨੀ। ਉਹ ਜੂਨੀਆਂ ਵਿੱਚ ਨਹੀਂ ਹੈ। ਜੂਨੀਆਂ ਦਾ ਕਨਸੈਪਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜਾ ਕਮਾਲ ਦਾ ਹੈ। ਇਹਦੇ ਪ੍ਰਤੀ ਬਹੁਤ ਕਨਫਿਊਜ਼ਨ ਨੇ, ਸਮਝਣ ਤੋਂ ਅਸੀਂ ਮਾਰ ਖਾ ਰਹੇ ਹਾਂ। ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ, ਤਾਂ ਸਾਡਾ ਪ੍ਰਚਾਰ ਸਹੀ ਦਿਸ਼ਾ ਵੱਲ ਨੂੰ ਜਾਏਗਾ। ਇਹ ਅਜੂਨੀ ਸ਼ਬਦ ਦੀ ਵਿਚਾਰ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਸਾਂਝੀ ਕਰਾਂਗਾ। Wow, that was really amazing. His teachings are really helpful in our everyday lives. ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਹਿਲ। ਫੋਨ ਨੰਬਰ 4033333313 ਅਤੇ ਈਮੇਲ chalhomes@gmail.com। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਚਹਿਲਾਂ ਜੀ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਥੈਂਕ ਯੂ ਤੁਹਾਡਾ ਸਾਰਿਆਂ ਦਾ। ਸ਼ੁਕਰਦਾਤੇ ਦਾ ਪਿਛਲੇ ਸੈਗਮੈਂਟ ਵਿੱਚ ਆਪਾਂ ਵਿਚਾਰ ਰਹੇ ਸੀ। ਮੂਲ ਮੰਤਰ ਵਿੱਚ ਦਾਤੇ ਦੇ, ਪ੍ਰਭੂ ਦੇ 4 ਗੁਣਾਂ ਵਿੱਚੋਂ 3 ਗੁਣ
ਤੇ ਚੌਥਾ ਵਿਚਾਰ ਰਹੇ ਹਾਂ ਅਜੂਨੀ। ਜੂਨੀ ਕੀ ਹੁੰਦਾ ਹੈ? ਜਦੋਂ ਕੋਈ ਜੀਵਨ ਸ਼ੁਰੂ ਹੁੰਦਾ ਹੈ, ਇੱਥੇ ਮੈਂ ਬੇਨਤੀ ਕਰਾਂ, ਜੂਨੀਆਂ ਦੋ ਤਰ੍ਹਾਂ ਦੀਆਂ, ਇੱਕ ਸਰੀਰ ਦੀ ਜੂਨੀ, ਇੱਕ ਮਨ ਦੀ ਜੂਨੀ। ਜਦੋਂ ਕੋਈ ਜੀਵਨ ਸ਼ੁਰੂ ਹੁੰਦਾ ਹੈ, ਉਹਨੂੰ ਸਰੀਰ ਕਿਹੋ ਜਿਹਾ ਮਿਲਿਆ, ਉਹ ਜਿਹੜਾ ਸਰੀਰ ਮਿਲਿਆ ਉਹ ਮੌਤ ਤੱਕ ਉਹੀ ਰਹਿਣਾ ਹੈ, ਉਹ ਉਹਦੀ ਜੂਨੀ ਹੈ। ਅਗਰ ਉਹ 4 ਪੈਰ ਨੇ, 2 ਸਿੰਗ ਹੈ, ਇੱਕ ਪੂੰਛ ਹੈ, ਤਾਂ ਕਹਿ ਦਿੱਤਾ ਜਾਂਦਾ ਪਸ਼ੂਆਂ ਦੀ ਜੂਨੀ ਹੈ। 2 ਖੰਭ ਨੇ, ਇੱਕ ਚੁੰਝ ਹੈ, ਕਹਿ ਦਿੱਤਾ ਜਾਂਦਾ ਪੰਛੀਆਂ ਦੀ ਜੂਨੀ ਹੈ। ਛੋਟਾ ਸਰੀਰ ਹੈ, ਬਿਲਕੁਲ ਛੋਟਾ ਸਰੀਰ ਹੈ, ਕਹਿ ਦਿੱਤਾ ਜਾਂਦਾ ਕੀੜੇ ਮਕੌੜੇ ਨੇ। ਫਿਰ ਮਨੁੱਖ ਦਾ ਸਰੀਰ ਮਿਲਦਾ ਹੈ ਤੇ ਕਹਿ ਦਿੱਤਾ ਜਾਂਦਾ ਇਨਸਾਨ ਦੀ ਜੂਨੀ ਹੈ, ਮਨੁੱਖਾ ਜੂਨੀ ਹੈ। ਇਹ ਸਰੀਰ ਮੌਤ ਤੱਕ ਰਹੇਗਾ, ਜਨਮ ਤੋਂ ਲੈ ਕੇ ਮੌਤ ਤੱਕ ਇਹ ਇਨਸਾਨ ਦੀ, ਮਨੁੱਖ ਦੀ ਜੂਨੀ ਹੈ। ਇਹ ਦੁਨੀਆ ਦਾ ਨਜ਼ਰੀਆ। ਸਤਿਗੁਰੂ ਜੀ ਦਾ ਨਜ਼ਰੀਆ ਇਹ ਹੈ ਕਿ ਜਿਹੜਾ ਮਨ ਹੈ, ਅਗਰ ਇਹ ਮਨ ਗੁਣਾਂ ਵਾਲੇ, ਗੁਣਾਂ ਨੂੰ ਵਰਤਨ ਦੀ ਜੁਗਤ ਭੁੱਲ ਗਿਆ, ਔਗਣ ਅੰਦਰ ਪੈਦਾ ਹੋ ਗਏ, ਔਗਣ ਚੰਗੇ ਲੱਗਣ ਲੱਗ ਪਏ, ਔਗਣਾਂ ਨੂੰ ਵਰਤਣ ਲੱਗ ਪਿਆ, ਤਾਂ ਇਹਦੇ ਅੰਦਰ ਪਸ਼ੂ ਪ੍ਰਵਿਰਤੀਆਂ, ਜਾਨਵਰ ਪ੍ਰਵਿਰਤੀਆਂ ਪੈਦਾ ਹੁੰਦੀਆਂ ਨੇ। ਉਹ ਸੁਭਾਅ ਵਿੱਚ ਹੁੰਦੀਆਂ ਨੇ। ਬਗਲੇ ਵਰਗਾ ਸੁਭਾਅ, ਕਾਂ ਪ੍ਰਵਿਰਤੀ ਦਾ ਸੁਭਾਅ, ਕੁੱਤੇ ਦੀ ਸੋਚ ਵਾਲਾ ਸੁਭਾਅ, ਜਾਨਵਰਾਂ ਵਾਲਾ ਸੁਭਾਅ, ਪਸ਼ੂਆਂ ਵਾਲਾ ਸੁਭਾਅ, ਜਿਹਨੂੰ ਸੁਖਮਨੀ ਸਾਹਿਬ ਵਿੱਚ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ। ਸਰੀਰ ਕਿੰਨਾ ਚਿਰ ਰਹਿੰਦਾ ਹੈ ਕੁਛ ਨਹੀਂ ਪਤਾ। ਬਚਪਨ ਵਿੱਚ ਮੌਤ ਆ ਸਕਦੀ ਹੈ, ਜਵਾਨੀ 'ਚ ਆ ਸਕਦੀ ਹੈ, ਬੁਢੇਪੇ 'ਚ ਆ ਸਕਦੀ ਹੈ। ਇਸੇ ਤਰ੍ਹਾਂ ਜਿਹੜਾ ਸੁਭਾਅ ਹੈ ਇਹ ਵੀ ਬਹੁਤ ਛੇਤੀ ਬਦਲਦਾ ਹੈ। ਤੇ ਜਿਸ ਤਰ੍ਹਾਂ ਦੀ ਸੁਭਾਅ ਦੀ ਪ੍ਰਵਿਰਤੀ ਹੈ, ਮਨ ਦੀ ਉਹ ਜੂਨੀ ਹੈ, ਤੇ ਮਨ ਜੂਨੀਆਂ ਵਿੱਚ ਫਿਰਦਾ ਹੈ। ਜਦੋਂ ਵੀ ਮਨ ਦੇ ਅੰਦਰ ਪਸ਼ੂ ਪ੍ਰਵਿਰਤੀ ਆਏਗੀ, ਪਸ਼ੂ ਪ੍ਰਵਿਰਤੀ, ਪਸ਼ੂ ਪੁਣੇ ਦੇ ਸੁਭਾਅ ਵਿੱਚੋਂ ਬੋਲਿਆ ਹੋਇਆ ਬੋਲ ਜ਼ਿੰਦਗੀ ਵਿੱਚ, ਘਰ ਵਿੱਚ ਖਲਾਰਾ ਪਾਏਗਾ। ਉਹਦੇ 'ਚ ਦੁੱਖ ਪੈਦਾ ਹੋਣਗੇ। ਜ਼ਿੰਦਗੀ ਦਾ ਹਰ ਦੁੱਖ ਸੁਭਾਅ ਵਿੱਚੋਂ ਪੈਦਾ ਹੁੰਦਾ ਹੈ, ਜ਼ਿੰਦਗੀ ਦਾ ਹਰ ਸੁੱਖ ਵੀ ਸੁਭਾਅ ਵਿੱਚੋਂ ਪੈਦਾ ਹੋਏਗਾ। ਜੇ ਦੁੱਖਾਂ ਨੂੰ ਬਦਲ ਕੇ ਸੁੱਖ ਲਿਆਉਣੇ ਨੇ ਤੇ ਸੁਭਾਅ ਨੂੰ ਪੜਚੋਲਣਾ ਪੈਣਾ, ਸੁਭਾਅ ਬਦਲਣਾ ਪੈਣਾ। ਗੁਰਬਾਣੀ ਦੀ ਹਰ ਸਿੱਖਿਆ ਨੇ ਸਾਡੇ ਸੁਭਾਅ ਨੂੰ ਬਦਲਣਾ, ਸਾਡੇ ਅੰਦਰ ਸੁਭਾਅ ਵਿੱਚ ਇੰਪਰੂਵਮੈਂਟ ਲੈ ਕੇ ਆਉਣੀ ਹੈ, ਸਾਡੀ ਸੋਚ ਨੂੰ ਸ਼ਿੰਗਾਰਨਾ, ਸਾਡੇ ਸੁਭਾਅ ਨੂੰ ਸ਼ਿੰਗਾਰਨਾ। ਇਸ ਲਈ ਜ਼ਰੂਰੀ ਹੈ ਕਿ ਗੁਰੂ ਦੀਆਂ ਸਿੱਖਿਆਵਾਂ ਨੂੰ ਸੋਚ ਸੁਭਾਅ 'ਤੇ ਲਾਗੂ ਕਰਕੇ ਸਮਝਣਾ, ਸਮਝਾਉਣਾ ਤੇ ਸੋਚ 'ਤੇ ਲਾਗੂ ਕਰਕੇ ਜ਼ਿੰਦਗੀ 'ਚ ਜਿਉਣਾ ਤੇ ਹੋਰਨਾਂ ਨੂੰ ਪ੍ਰੇਰਨਾ ਦੇਣੀ ਹੈ। ਦੁੱਖ ਇਸ ਗੱਲ ਦਾ ਨਹੀਂ ਕਿ ਸਰੀਰ ਦੀ ਜੂਨੀ ਕੀ ਹੈ, ਦੁੱਖ ਇਸ ਵਿੱਚੋਂ ਪੈਦਾ ਹੁੰਦਾ ਕਿ ਮਨ ਦੀਆਂ ਜੂਨੀਆਂ ਕੀ ਨੇ, ਸੁਭਾਅ ਦੀਆਂ ਜੂਨੀਆਂ ਕੀ। ਉਹ ਜਿੰਨੀਆਂ ਜੂਨੀਆਂ ਨੇ, ਪਸ਼ੂ ਪ੍ਰਵਿਰਤੀਆਂ, ਜਾਨਵਰ ਪ੍ਰਵਿਰਤੀਆਂ, ਉਹਦੀਆਂ ਉਦਾਹਰਣਾਂ ਦੇ ਕੇ ਮਨ ਨੂੰ ਸਮਝਾਇਆ ਗਿਆ। ਇਹ ਮਨਾ ਤੂੰ ਜੂਨੀਆਂ ਵਿੱਚ ਹੈ। ਇਹਨੂੰ ਹੋਰ ਸੌਖਾ ਕਰਕੇ ਸਮਝਿਓ। ਜਦੋਂ ਸਾਡੇ ਅੰਦਰ ਗੁਣ ਵਰਤਨ ਦੀ ਜੁਗਤ ਮਰ ਗਈ, ਉਸ ਜੁਗਤ ਦੀ ਮੌਤ ਹੋ ਗਈ, ਕਿਸੇ ਨਾ ਕਿਸੇ ਔਗਣ ਦਾ ਜਨਮ ਹੋਏਗਾ। ਉਹ ਔਗਣ ਕਿਸੇ ਨਾ ਕਿਸੇ ਵਿਕਾਰ ਵਿੱਚੋਂ ਪੈਦਾ ਹੋਏਗਾ, ਹੰਕਾਰ, ਲੋਭ, ਕਾਮ, ਕ੍ਰੋਧ, ਮੋਹ ਦੇ ਵਿੱਚੋਂ। ਇਹ ਮਨ ਜੂਨੀਆਂ ਦੇ ਵਿੱਚ ਹੈ ਤੇ ਦਾਤਾ ਪ੍ਰਭੂ ਜੀ ਅਜੂਨੀ ਹੈ। ਮਨਾ ਤੂੰ ਅਜੂਨੀ ਬਣਨਾ ਹੈ। ਤੇਰੇ ਅੰਦਰ ਪਸ਼ੂ ਪ੍ਰਵਿਰਤੀ ਦਾ ਜਨਮ ਨਾ ਹੋਵੇ, ਤੇਰੇ ਅੰਦਰ ਜਾਨਵਰ ਪ੍ਰਵਿਰਤੀ ਦਾ ਜਨਮ ਨਾ ਹੋਵੇ, ਤੇਰੇ ਅੰਦਰ ਕੇਵਲ ਤੇ ਕੇਵਲ ਇਨਸਾਨੀਅਤ ਦਾ ਜਨਮ ਹੋਵੇ, ਤੇਰੇ ਅੰਦਰ ਗੁਰਮੁਖ ਸੁਭਾਅ ਦਾ ਜਨਮ ਹੋਵੇ, ਗੁਰਮਤ ਵਾਲੀ ਸੋਚ ਦਾ ਜਨਮ ਹੋਵੇ, ਜਿਹੜੀ ਗੁਰੂ ਦੀ ਸੋਚ ਹੈ। ਇਸ ਤਰੀਕੇ ਨਾਲ ਸਿਖਾਇਆ ਗਿਆ, ਮਨਾ ਤੂੰ ਨਿਰਭਉ ਬਣ, ਐ ਮਨਾ ਤੂੰ ਨਿਰਵੈਰ ਬਣ, ਐ ਮਨਾ ਤੂੰ ਅਕਾਲ ਬਣ, ਐ ਮਨਾ ਤੂੰ ਅਜੂਨੀ ਬਣ। ਇਹਨੂੰ ਕਹਿੰਦੇ ਨੇ ਚਵਗੁਣ ਰੰਗ, 4 ਗੁਣਾਂ ਦਾ ਰੰਗ। ਅੱਗੋਂ ਜਿਹੜੀ ਪਹਿਲੀ ਪੌੜੀ ਦੀਆਂ 4 ਪੰਕਤੀਆਂ ਨੇ, ਉਹਦੇ 'ਚ ਇੱਕ ਇੱਕ ਗੁਣ ਦੀ ਝਲਕ ਹੈ। ਕਮਾਲ ਹੈ। ਸੁਣਿਆਂ ਦੀਆਂ 4 ਪੌੜੀਆਂ ਵਿੱਚ ਵੀ ਇਹਨਾਂ 4 ਗੁਣਾਂ ਦੀ ਝਲਕ ਹੈ, ਜੇ ਲੱਭਣੀ ਆ ਤਾਂ। ਮੰਨੇ ਦੀਆਂ 4 ਪੌੜੀਆਂ, ਕੁਦਰਤ ਕਵਣ ਕਹਾ ਵਿਚਾਰ ਵਾਲੀਆਂ 4 ਪੌੜੀਆਂ, ਅੱਗੇ ਜਾ ਕੇ ਆਦੇਸ਼ ਤੇ ਸਹਿ ਆਦੇਸ਼ ਵਾਲੀਆਂ 4 ਪੌੜੀਆਂ,
ਉਹਨਾਂ 4-4 ਪੌੜੀਆਂ ਦੇ ਵਿੱਚ ਇਹ ਚਾਰੇ ਗੁਣਾਂ ਦੀ ਝਲਕ ਹੈ। ਅੱਗੋਂ ਜਾ ਕੇ 5 ਖੰਡ ਨੇ। ਸਾਡੀ ਸੋਚ ਤੇ ਸੁਭਾਅ ਵਿੱਚ ਆਉਣ ਵਾਲੇ ਬਦਲਾਵ ਦੇ ਵਿੱਚ 5 ਸਟੈਪ ਨੇ। ਉਹ ਪਹਿਲੇ 4 ਸਟੈਪ ਇਹਨਾਂ ਚਾਰਾਂ ਗੁਣਾਂ ਦੀ ਝਲਕ ਹੈ। ਉਹ 4 ਸਟੈਪ ਤੇਰੇ ਅਗਰ ਕੰਪਲੀਟ ਹੋ ਗਏ ਨਾ, ਫਿਰ ਤੈਨੂੰ ਹਰ ਥਾਂ ਤੇ ਨਿਰੰਕਾਰ ਦਿਖਾਈ ਦੇਗਾ। ਇਹ ਸੰਸਾਰ ਸੱਚੇ ਦੀ ਕੋਠੜੀ ਦਿਖਾਈ ਦੇਗਾ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਤੇ ਫਿਰ ਇਸ ਸੰਸਾਰ ਦੇ ਵਿੱਚ ਪਤਾ ਲੱਗੇਗਾ ਸੱਚਖੰਡ ਵਸੈ ਨਿਰੰਕਾਰ। ਇਹ ਸਾਰੇ ਸੰਸਾਰ ਦੇ ਕੋਨੇ-ਕੋਨੇ ਵਿੱਚ ਸੱਚ ਦਾ ਹਿੱਸਾ ਹੈ ਤੇ ਨਿਰੰਕਾਰ ਵਸ ਰਿਹਾ ਹੈ। ਇਹ 4 ਗੁਣਾਂ ਦਾ ਰੰਗ ਚੜ੍ਹਨਾ ਚਾਹੀਦਾ ਸੀ। ਨਿਰਵੈਰ ਵਾਲੇ ਗੁਣ ਦਾ ਰੰਗ ਚੜ੍ਹ ਜਾਂਦਾ ਸੀ, ਧੜੇ ਬੰਦੀਆਂ 'ਚ ਫਸ ਕੇ ਕੌਮ ਕਮਜ਼ੋਰ ਨਾ ਹੁੰਦੀ। ਨਿਰਭਉ ਦਾ ਜੇ ਕਿਤੇ ਰੰਗ ਚੜ੍ਹ ਜਾਂਦਾ, ਨਿਰਭਉ ਵਾਲੇ ਗੁਣ ਦਾ, ਤੇ ਹਰ ਗੁਰਸਿੱਖ ਆਈਡੀਅਲ ਹੋਣਾ ਸੀ, ਆਦਰਸ਼ ਹੋਣਾ ਸੀ, ਦੂਸਰਿਆਂ ਲਈ ਰਾਹ ਦਸੇਰਾ, ਜਿਹਨੂੰ ਆਈਕੋਨ ਕਹਿੰਦੇ ਆ, ਆਈਕੋਨ ਹੋਣਾ ਸੀ। ਇਸ ਲਈ ਗੁਰਬਾਣੀ ਨੂੰ ਵਿਚਾਰਨਾ ਹੈ। ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਪ੍ਰੈਕਟੀਕਲ ਜ਼ਿੰਦਗੀ 'ਚ ਜਿਉਣ ਵਾਲਾ ਜੀਵਨ ਗੁਰਮੁਖ ਹੁੰਦਾ ਹੈ, ਤੇ ਗੁਰਮੁਖ ਬਾਣੀ ਦੀ ਵਿਚਾਰ ਕਰਕੇ ਉਸ ਨੂੰ ਖਿੜੇ ਮੱਥੇ ਮੰਨਦਾ ਹੈ। ਹੁਣ ਸੋਚ ਕੇ ਦੇਖੋ, ਅਰਦਾਸ ਦੀ ਉਹ ਪੰਕਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਹਰ ਇੱਕ ਮਹੀਨੇ ਦੇ ਪਹਿਲੇ ਹਫਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰਗਿਆਨ ਦੇ ਮੋਤੀ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਨੇ। ਅਗਲੇ ਮਹੀਨੇ ਦੇ ਪਹਿਲੇ ਹਫਤੇ ਫਿਰ ਗੁਰਗਿਆਨ ਦੇ ਮੋਤੀਆਂ ਦੀ ਝਲਕ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Wow, that was really amazing. Our next kids performances will be right after the short break. ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਹਿਲ। ਫੋਨ ਨੰਬਰ 4033333313 ਅਤੇ ਈਮੇਲ chalhomes@gmail.com। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਆਪਾਂ ਸੁਣ ਰਹੇ ਸੀ ਗਿਆਨੀ ਰਾਮ ਸਿੰਘ ਚਹਿਲਾਂ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਹੁਤ ਹੀ ਕੀਮਤੀ ਵਿਚਾਰ। ਜਿਹੜੇ ਵੀ ਦਰਸ਼ਕ ਵੱਖ-ਵੱਖ ਪ੍ਰਚਾਰਕਾਂ ਤੇ ਵਿਦਵਾਨਾਂ ਨੂੰ ਸੁਣਦੇ ਰਹਿੰਦੇ ਹਨ,
ਉਹ ਸਾਰੇ ਕਹਿ ਰਹੇ ਹਨ ਕਿ ਗਿਆਨੀ ਰਾਮ ਸਿੰਘ ਜੀ ਚਹਿਲਾਂ ਜੀ ਦਾ ਤਰੀਕਾ ਵਿਲੱਖਣ ਹੈ। ਗਿਆਨੀ ਜੀ ਜਿੱਥੇ ਸਮੇਂ ਦੇ ਹਾਣੀ ਬਣ ਕੇ ਪ੍ਰਚਾਰ ਕਰ ਰਹੇ ਹਨ, ਉੱਥੇ ਇਹ ਨਵੀਂ ਪੀੜ੍ਹੀ ਨੂੰ ਗੁਰੂ ਵਿਰਸਾ ਵੰਡਣ ਲਈ, ਕਲੈਕਟਿਵ ਕੌਨਸ਼ੀਅਸਨੈਸ ਜਗਾਉਣ ਲਈ ਮੋਟੀਵੇਟ ਕਰਦੇ ਹਨ। ਕਈ ਵਾਰੀ ਅਸੀਂ ਜਦੋਂ ਕਿਸੇ ਪ੍ਰਚਾਰਕ ਨੂੰ ਸੁਣ ਕੇ ਦੂਜੇ ਪ੍ਰਚਾਰਕਾਂ ਨਾਲ ਕੰਪੇਅਰ ਕਰਦੇ ਹਾਂ, ਪਰ ਗਿਆਨੀ ਜੀ ਦਾ ਅੰਦਾਜ਼ ਆਪਣਾ ਹੀ ਹੈ। ਇਹਨਾਂ ਦਾ ਹਲੋਣੇ ਦੇਣ ਵਾਲਾ ਪ੍ਰਚਾਰ ਇੱਕ ਵੱਖਰੇ ਹੀ ਨਤੀਜੇ ਸਿਰਜਦਾ ਹੈ। ਆਓ ਹੁਣ ਆਪਾਂ ਗੁਰਮਨ ਸਿੰਘ ਜੀ ਤੋਂ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਮਨ ਸਿੰਘ ਹੈ। ਅੱਜ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣ ਜਾ ਰਿਹਾ ਹਾਂ, ਜਿਸ ਦਾ ਨਾਮ ਹੈ ਹੰਕਾਰੀ ਦਾ ਸਿਰ ਨੀਵਾਂ। ਇੱਕ ਵਾਰ ਗੁਰੂ ਨਾਨਕ ਦੇਵ ਜੀ ਮੱਕੇ ਤੋਂ ਵਾਪਸ ਆਉਂਦੇ ਇੱਕ ਪਹਾੜੀ ਥੱਲੇ ਆਰਾਮ ਕਰਨ ਲਈ ਰੁਕੇ। ਉੱਥੇ ਭਾਈ ਮਰਦਾਨਾ ਨੇ ਕਿਹਾ, ਗੁਰੂ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ, ਕਿਤੋਂ ਪਾਣੀ ਮਿਲ ਜਾਵੇਗਾ? ਗੁਰੂ ਜੀ ਨੇ ਕਿਹਾ, ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਹੈ, ਜਿਸ ਦਾ ਨਾਮ ਹੈ ਵਲੀ ਕੰਧਾਰੀ। ਉਸ ਕੋਲ ਇੱਕ ਪਾਣੀ ਦਾ ਚਸ਼ਮਾ ਹੈ, ਉਸ ਤੋਂ ਪਾਣੀ ਪੀਆ। ਭਾਈ ਮਰਦਾਨਾ ਪਹਾੜੀ ਦੇ ਉੱਪਰ ਗਿਆ ਤੇ ਵਲੀ ਕੰਧਾਰੀ ਨੂੰ ਪਾਣੀ ਪੀਣ ਦੀ ਆਗਿਆ ਮੰਗੀ। ਵਲੀ ਕੰਧਾਰੀ ਨੇ ਕਿਹਾ, ਇਹ ਪਾਣੀ ਤਾਂ ਮੈਂ ਆਪਣੇ ਪੀਣ ਲਈ ਰੱਖਿਆ, ਜੇ ਮੈਂ ਦੂਜਿਆਂ ਨੂੰ ਪੀਣ ਦਿੰਦਾ ਰਿਹਾ ਤਾਂ ਇਹ ਤਾਂ ਮੁੱਕ ਜਾਵੇਗਾ। ਭਾਈ ਮਰਦਾਨੇ ਨੇ ਕਿਹਾ, ਮੈਂ ਇੱਕ ਪਰਦੇਸੀ ਹਾਂ, ਮੈਨੂੰ ਹੋਰ ਜਗ੍ਹਾ ਦਾ ਤਾਂ ਪਤਾ ਨਹੀਂ ਜਿੱਥੇ ਪਾਣੀ ਮਿਲ ਜਾਵੇਗਾ। ਮੈਨੂੰ ਥੋੜਾ ਜਿਹਾ ਪਾਣੀ ਪਿਆਸ ਬੁਝਾਉਣ ਲਈ ਦੇ ਦਿਓ। ਵਲੀ ਕੰਧਾਰੀ ਨਾ ਮੰਨਿਆ। ਭਾਈ ਮਰਦਾਨਾ ਗੁਰੂ ਜੀ ਕੋਲ ਥੱਲੇ ਆਇਆ ਤੇ ਗੁਰੂ ਜੀ ਨੂੰ ਉਵੇਂ ਦੱਸਤਾ ਜਿਵੇਂ ਵਲੀ ਕੰਧਾਰੀ ਨੇ ਕਿਹਾ ਸੀ। ਗੁਰੂ ਜੀ ਨੇ ਕਿਹਾ, ਭਾਈ ਮਰਦਾਨੇ, ਉਹਨੂੰ ਕਹਿ ਫਕੀਰਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਜੋ ਵੀ ਖੁਦਾ ਦਾ ਦਿੱਤਾ ਉਹ ਵੰਡ ਕੇ ਛਕਣਾ ਚਾਹੀਦਾ ਹੈ। ਭਾਈ ਮਰਦਾਨਾ ਦੂਜੇ ਵਾਰੀ ਪਹਾੜੀ ਦੇ ਉੱਪਰ ਚੜ੍ਹਿਆ ਤੇ ਵਲੀ ਕੰਧਾਰੀ ਨੂੰ ਉਵੇਂ ਹੀ ਕਹਿਤਾ ਜਿਵੇਂ ਗੁਰੂ ਜੀ ਨੇ ਕਿਹਾ ਸੀ। ਵਲੀ ਕੰਧਾਰੀ ਨੇ ਕਿਹਾ, ਜੇ ਤੇਰੇ ਗੁਰੂ ਕੋਲ ਇੰਨੀ ਸ਼ਕਤੀ ਹੈ, ਉਹ ਤੈਨੂੰ ਪਾਣੀ ਕਿਉਂ ਨਹੀਂ ਪਿਆ ਦਿੰਦਾ? ਭਾਈ ਮਰਦਾਨਾ ਥੱਲੇ ਗੁਰੂ ਜੀ ਕੋਲ ਆਇਆ ਤੇ ਗੁਰੂ ਜੀ ਨੂੰ ਉਵੇਂ ਦੱਸਤਾ ਜਿਵੇਂ ਵਲੀ ਕੰਧਾਰੀ ਨੇ ਕਿਹਾ ਸੀ। ਗੁਰੂ ਜੀ ਨੇ ਕਿਹਾ, ਭਾਈ ਮਰਦਾਨੇ, ਨਿਰਾਸ਼ ਨਾ ਹੋ, ਉਹ ਪੱਥਰ ਚੁੱਕ। ਜਦੋਂ ਭਾਈ ਮਰਦਾਨੇ ਨੇ ਪੱਥਰ ਚੁੱਕਿਆ, ਉੱਥੋਂ ਨਿਰਮਲ ਜਲ ਫੁੱਟ ਪਿਆ। ਭਾਈ ਮਰਦਾਨਾ ਪਾਣੀ ਪੀਣ ਲੱਗ ਪਿਆ। ਜਦੋਂ ਵਲੀ ਕੰਧਾਰੀ ਦੀ ਆਪਣੇ ਨਿਗਾਹ ਆਪਣੇ ਚਸ਼ਮੇ ਤੇ ਪਈ, ਉਹਦਾ ਪਾਣੀ ਕੱਤ ਰਿਹਾ ਸੀ। ਵਲੀ ਕੰਧਾਰੀ ਨੇ ਥੱਲੇ ਦੇਖਿਆ, ਭਾਈ ਮਰਦਾਨਾ ਪਾਣੀ ਪੀ ਰਿਹਾ ਸੀ। ਇਹ ਦੇਖ ਕੇ ਵਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ। ਉਹਨੇ ਇੱਕ ਵੱਡਾ ਪੱਥਰ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਮਾਰਨ ਲਈ ਰੋੜਤਾ। ਗੁਰੂ ਜੀ ਨੇ ਆਪਣੇ ਪੰਜੇ ਨਾਲ ਉਹ ਪੱਥਰ ਰੋਕਤਾ। ਗੁਰੂ ਜੀ ਦਾ ਪੰਜਾ ਉਹ ਪੱਥਰ ਤੇ ਛਪ ਗਿਆ ਸੀ। ਇਹ ਦੇਖ ਕੇ ਵਲੀ ਕੰਧਾਰੀ ਥੱਲੇ ਆਇਆ ਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗੀ। ਇਹ ਸਾਖੀ ਤੋਂ ਆਪਿਆਂ ਨੂੰ ਇਹ ਸਿੱਖਿਆ ਮਿਲਦੀ ਕਿ ਆਪਣੇ ਨੂੰ ਕਦੇ ਵੀ ਹੰਕਾਰੀ ਨਹੀਂ ਹੋਣਾ ਚਾਹੀਦਾ ਤੇ ਜੋ ਵੀ ਖੁਦਾ ਦਾ ਦਿੱਤਾ ਉਹ ਵੰਡ ਕੇ ਛਕਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਮਨ ਸਿੰਘ ਜੀ। ਹੁਣ ਆਪਾਂ ਲੋਪ੍ਰੀਤ ਸਿੰਘ ਜੀ ਤੋਂ ਵਿਚਾਰ ਸੁਣਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। My name is Lofri and today I'll be talking
about a small story about Harnakush. There once was a great king named Harnakush. He was very powerful and a great warrior, and also a great yogi. His meditation was so strong that God appeared in front of him, and he was given a gift from God that he would not be killed inside or outside. He could not be killed by a man or by an animal. He could not be killed in daytime or in nighttime. He could not die in heat or cold. He became a cruel ruler and made everyone chant his name instead of God. His own son, Prahlad, refused to chant his name, but rather he always chanted on God. Harnakush made many attempts to have his son killed, but every time the child was miraculously saved. He became even more angry and had a pillar lit on fire with a huge flame. He told Prahlad, "You don't chant my name like everyone else. You say that God is in everything. Well, if God is in everything, then God is also in this pillar. Go over to the pillar and give it a hug if it is also your God." Prahlad made a prayer to God. Prahlad, with his pure faith, went over to the white-hot pillar and gave it a hug. By divine grace, he wasn't burnt at all. And hearing the prayer of this devoted child, God assumed a form and burst out of the pillar. God appeared in the form of a man lion called Narsingh. To release Harnakush, he told Harnakush, "I will kill you now because it's not day or night, it's dusk. I am not a man or an animal, I am neither. We are not inside or outside, we are on the threshold." And so Narsingh killed Harnakush for his treachery. He wasn't killed by a sword or arrow, he was killed by the claws of Narsingh. Prahlad was saved. The moral of the story is that if you believe in God, he will always protect you from the bad. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਓ, ਇਹ ਸਨ ਲੋਪੀ ਸਿੰਘ ਜੀ। ਆਓ ਹੁਣ ਆਪਾਂ ਮਿਲਨ ਕੌਰ ਜੀ ਤੋਂ ਵਿਚਾਰ ਸੁਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸੁਣਾਉਂਗੀ ਬੀਬੀ ਰਜਨੀ ਜੀ ਦੀ ਸੱਚੀ ਕਹਾਣੀ। In this true story, we learn how ego affects us, how patience affects us, and how having yaqeen in Waheguru Ji affects us. A story of the 16th century. A man full of ego, Raja Dunichand, had 6 daughters. When his wife was gonna give birth to the 7th child, the Raja had gave food and gold to everyone, hoping for a son. But when the child was born, it was a girl. Bibi Rajni was her name. When she was all grown up, the father asked all of his daughters, "Who gives them food?" All the daughters said, "Tusi Pitaji." But Bibi Rajni ji said, "Waheguru Ji. He has written my name on everything I have. Without him, I would be nothing." Her father, Dunichand, says with full ego and anger, "We will see your Waheguru." Time passes by and Dunichand gets Bibi Rajni ji married to a disabled man named Pai Mohan ji. He had many diseases. He kicks Bibi Rajni ji and Pai Mohan ji out of the house. Bibi Rajni ji with Pai Mohan ji on her back walks through villages asking for food. Bibi Rajni ji always believed in Waheguru Ji with full dedication and love. She goes to a village named Patti near Amritsar Sahib. She leaves her husband to rest and she goes to get some food. Pai Mohan ji sees a river, now the Sarovar of Shri Ramdas ji. He sees that kaan, which are crows, are going in the water and coming back out as hunts, which are doves. It's even stated in the Bani, "Kago Hans Kare." Pai Mohan ji holds onto a branch of a berry tree, now Baba Buddha Ji di berry, and goes in the water. When he comes out, he is no longer disabled and had no more diseases. He was a tall 6-foot gentleman. When his wife, Bibi Rajni ji, comes back, she questions the man where her husband is. The man says, "I am your husband." Bibi Rajni ji doesn't believe him and asks for proof. Pai Mohan ji shows her his fingers and thumb, which he held onto the branch with, resulting in them not being inside the Sarovar. Bibi Rajni ji is shocked. Pai Mohan ji starts working and now are living their life in peace when Bibi Rajni ji's father, Raja Dunichand, comes to her and pleads for her help. Due to his ego, he had lost everything, and none of his other 6 daughters were willing to help him. In the end, Bibi Rajni ji helps her father.
ਜਦੋਂ ਆਪਾਂ ਨੂੰ ਯਕੀਨ ਹੁੰਦਾ ਆ ਕਾਗੋ ਹੰਸ ਵੀ ਤੁਰ ਜਾਂਦੇ ਨੇ। After that, Bibi Rajni ji had 7 sons herself. In the Gurbani, it says, Ramdas Sarovar Nate Sab Utre Paap Kamate. Meaning, when you take a bath in the Sarovar of Ramdas ji, all of your sins go away. But this only applies to you if you go with full Shraddha and have no ego or greed in your mind. ਇਹਦੇ ਵਿੱਚੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਈਗੋ ਤੇ ਲਾਲਚ ਵਿੱਚ ਆ ਕੇ ਆਪਾਂ ਨੂੰ ਆਪਣੇ ਆਪ ਨੂੰ ਰੱਬ ਤੋਂ ਉੱਚਾ ਨਹੀਂ ਸਮਝਣਾ ਚਾਹੀਦਾ। ਵਾਹਿਗੁਰੂ ਜੀ ਤੁਹਾਨੂੰ ਸਭ ਕੁਝ ਦਿੰਦੇ ਨੇ, ਬਸ ਪੇਸ਼ੈਂਸ ਰੱਖਣਾ ਚਾਹੀਦਾ। ਗਿਫਟਸ ਆਲਵੇਜ਼ ਰੈਪਡ ਹੁੰਦੇ ਨੇ ਤੇ ਕਦੇ ਕਦੇ ਟਾਈਮ ਵੀ ਲੱਗ ਜਾਂਦਾ ਉਹਨਾਂ ਨੂੰ ਗਿਫਟ ਨੂੰ ਖੋਲ੍ਹਣ ਲਈ। ਗੁਰੂ ਜੀ ਦੇ ਘਰ ਦੇਰ ਆ ਪਰ ਅੰਧੇਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Excellent, Milan Kaur ji। ਜਿਨ੍ਹਾਂ ਦਰਸ਼ਕਾਂ ਨੂੰ ਹਾਲੇ ਤੱਕ ਨਹੀਂ ਪਤਾ, ਮੈਂ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਗਿਆਨੀ ਰਾਮ ਸਿੰਘ ਜੀ ਚਹਿਲਾਂ ਵੱਲੋਂ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਚਲਾਈ ਜਾ ਰਹੀ ਹੈ। ਜਿਹੜੇ ਵੀ ਬੱਚੇ ਘਰ ਬੈਠੇ ਮਾਂ ਬੋਲੀ ਪੰਜਾਬੀ ਸਿੱਖਣੀ ਚਾਹੁੰਦੇ ਹਨ ਅਤੇ ਗੁਰੂ ਵਿਰਸੇ ਦਾ ਗਿਆਨ ਪ੍ਰਾਪਤ ਕਰਨ ਲਈ ਕਲਾਸਾਂ ਲਾਉਣੀਆਂ ਚਾਹੁੰਦੇ ਹਨ, ਉਹ ਸਾਡੀ ਵੈਬਸਾਈਟ gurgyan.com ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਕਲਾਸਾਂ ਐਵਰੀ ਸੈਟਰਡੇ ਨੂੰ ਹੁੰਦੀਆਂ ਹਨ। ਜਿਨ੍ਹਾਂ ਨੂੰ ਇਹ ਸ਼ੋਅ ਚੰਗਾ ਲੱਗ ਰਿਹਾ ਹੈ, ਉਹ ਸਾਨੂੰ ਸਹਿਯੋਗ ਦੇਣ ਲਈ ਆਪਣੇ ਕਾਰੋਬਾਰ ਦੀ ਐਡ ਦੇਖ ਕੇ ਜ਼ਰੂਰ ਸਪਾਂਸਰ ਕਰਨ। ਐਡ ਦੇਣ ਲਈ ਸੰਪਰਕ ਕਰੋ 6395904464 639 590 4464। ਮੈਂ ਧੰਨਵਾਦੀ ਹਾਂ ਸਾਡੇ ਸਾਰੇ ਸਪੀਕਰਸ ਦੀ, ਸਾਡੇ ਦਰਸ਼ਕਾਂ ਦੀ ਅਤੇ ਸਪਾਂਸਰਸ ਦੀ। ਅਗਲੇ ਹਫਤੇ ਗੁਰਗਿਆਨ ਦਾ ਨਗਾਰਾ ਵਜਾਉਣ ਲਈ ਫਿਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਗੁਰੂ ਫਤਿਹ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਕੈਲਗਰੀ ਦੇ ਏਰੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਸੰਪਰਕ ਕਰੋ ਸੁਖਦੀਪ ਸਿੰਘ ਚਹਿਲ। ਫੋਨ ਨੰਬਰ 4033333313 ਅਤੇ ਈਮੇਲ chalhomes@gmail.com। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604-760-2643 ਤਾਰਨ 604-897-0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਮਨ ਪੀਵੇ ਸੁਣ ਸ਼ਬਦ ਵਿਚਾਰਾ, ਸੁਣ ਸ਼ਬਦ ਵਿਚਾਰਾ। ਹਿਮ ਹਿਮ ਵਰਸੈ ਅੰਬਰ
ਸ਼ਬਦ